ਵਾਹਿਗੁਰੂ ਵਾਹਿਗੁਰੂ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਧ ਹੈ ਪਾਸ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾਬਿ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ हम रुलते फिरते कोई बात ना पूछता। गुरु सतगुरु संग केरे हम थापे, तन तन गुरु नानक जन केरा। तन तन गुरु नानक जन केरा, जित मिलिए चुके सब सोग संतापे। सानू रख लो बना के गोले, रख लो बना के गोले।
लो बना के दाते ठाकर प्रतिपालक नायक खसम हमारे निमक निमक तुम ही प्रतिपालो हाँ बारक तुमरे तारे जेवा एक कवन गुण कहिया बेसमार बेअंत स्वामी तुरवंत न किन्हीं लइए रहो कोट अपराध हमारे खंडो अनक विधि समझावो हम अज्ञान अलप मत थोरे तुम आपन विरद रखावो तुम्हारी शरण तुम्हारी आशा तुम्ही सजन सुहेले राखो राखण हार दयाला के डोले रख लो बना के डोले
लो बना के बोले आँख लो बना के ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ, ਸਾਰੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ, ਸਾਨੂੰ ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਕੀ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਦੀ ਬਾਣੀ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਗਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਦੀ ਸੇਵਾ ਕਰਨੀ ਇਹ ਵੀ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਘਰ ਦੇ ਵਿੱਚ ਦੋ ਚੀਜ਼ਾਂ ਬਹੁਤ ਮਹਾਨਤਾ ਰੱਖਦੀਆਂ ਨੇ। ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ, ਦੂਸਰੇ ਪਾਸੇ ਸੇਵਾ ਕਰਨੀ। ਦੋ ਚੀਜ਼ਾਂ ਦਾ ਮੇਲ, ਇਹ ਦੋ ਚੀਜ਼ਾਂ, ਦੋ ਵਸਤੂਆਂ ਸਾਡੇ ਕੋਲ ਹੋਣ, ਫਿਰ ਇਨਸਾਨ ਨਾਮ ਜਪਦਾ ਜਪਦਾ ਸੇਵਾ ਕਰਦਾ ਕਰਦਾ ਆਪਣੇ ਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਪਰ ਸੇਵਾ ਅਤੇ ਨਾਮ ਗੁਰਬਾਣੀ ਮੁਤਾਬਕ ਇੱਥੇ ਕਿਸੇ ਮਨੁੱਖ ਦੀ ਵਿਚਾਰ ਨਹੀਂ ਕੰਮ ਕਰਦੀ। ਭਾਵੇਂ ਜਿੱਡਾ ਵੱਡਾ ਮਰਜ਼ੀ ਸਿਆਣਾ ਹੋਵੇ, ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਹੋਵੇ, ਚਾਰ ਬੰਦਿਆਂ ਦੇ ਵਿੱਚ ਸਟੇਜਾਂ ਤੇ ਖੜ ਕੇ ਭਾਸ਼ਣ ਵੀ ਦਿੰਦਾ ਹੋਵੇ, ਔਰ ਲੋਕ ਉਸ ਨੂੰ ਉਹਦੀਆਂ ਗੱਲਾਂ ਸੁਣ ਕੇ ਉਸ ਨੂੰ ਵਡਿਆਣ, ਪਰ ਸਾਧ ਸੰਗਤ ਜੀ ਇਹ ਦੋ ਵਸਤੂਆਂ ਬਿਨਾ ਸਾਰਾ ਕੁਝ ਹੀ ਅਜਾਈ ਚਲਿਆ ਜਾਂਦਾ ਹੈ।
ਗੁਰੂ ਮਹਾਰਾਜ ਜੀ ਕਹਿੰਦੇ ਉਲਟਾ ਇਹਦਾ ਅਸਰ ਕੀ ਹੁੰਦਾ? ਬਹੁਤ ਸਿਆਣਪ ਜਮ ਕਾ ਭਉ ਵਿਆਪੇ। ਜਿੰਨਾ ਬੰਦਾ ਦੁਨਿਆਵੀ ਤੌਰ ਤੇ ਸਿਆਣਾ ਹੁੰਦਾ ਜਾਂਦਾ ਹੈ, ਦੂਸਰੇ ਪਾਸੇ ਉਹਨੂੰ ਜਮਾਂ ਦਾ ਡਰ ਰਹਿੰਦਾ ਹੈ। ਆਨਕ ਜਤਨ ਕਰ ਤ੍ਰਿਸ਼ਨਾ ਨਾ ਧਰਾਪੈ। ਅਨੇਕਾਂ ਯਤਨ ਕਰਦਾ ਹੋਇਆ ਵੀ ਕਿੰਨੀਆਂ ਮੱਲਾਂ ਮਾਰੀਆਂ ਨੇ, ਬੜੇ ਬੜੇ ਮੈਡਲ ਮਿਲਦੇ ਨੇ, ਰਾਸ਼ਟਰਪਤੀ ਵੀ ਸਤਿਕਾਰ ਕਰ ਦਿੰਦਾ ਹੈ, ਪਰ ਉਹ ਵੀ ਰੱਬ ਦੇ ਘਰ ਵਿੱਚ ਕੰਮ ਨਹੀਂ ਆਉਂਦਾ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਦੇ ਘਰ ਵਿੱਚ ਕੰਮ ਕਿਹੜੀ ਵਸਤੂ ਆਉਂਦੀ ਹੈ? ਰੱਬ ਦੇ ਘਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਲੈ ਲਈ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਤੇ ਆਸ ਰੱਖੀ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ ਬਣਾ ਲਿਆ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਦੁਨੀਆ ਦੇ ਸੱਜਣਾ ਦੀ ਗੱਲ ਨਹੀਂ, ਅਕਾਲ ਪੁਰਖ ਵਾਹਿਗੁਰੂ ਨੂੰ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ। ਫਿਰ ਗੁਰੂ ਮਹਾਰਾਜ ਜੀ ਕਹਿੰਦੇ ਨੇ, ਐਸੇ ਗੁਰਪੀਰਾਂ ਕੋਲ ਫਿਰ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੀ, ਰੱਖੋ ਰਾਖਣ ਹਾਰ ਦਇਆਲਾ। ਸੱਚੇ ਪਾਤਸ਼ਾਹ ਮੇਰੀ ਰੱਖਿਆ ਕਰੋ, ਮੈਨੂੰ ਰੱਖ ਲਓ ਆਪਣੇ ਘਰ ਵਿੱਚ, ਕਿਉਂਕਿ ਤੇਰੇ ਦੇ ਬਿਨਾਂ ਕੋਈ ਰੱਖਣ ਹਾਰਾ ਹੈ ਨਹੀਂ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਤੂੰ ਹੀ ਰੱਖਦਾ। ਦੁਨੀਆ ਦੀਆਂ ਅਦਾਲਤਾਂ ਦੰਡ ਦੇ ਦਿੰਦੀਆਂ ਨੇ, ਕਿਸੇ ਤੋਂ ਗੁਨਾਹ ਹੋ ਜਾਵੇ, ਕਿਸੇ ਨੂੰ ਕਿਤਨੀ ਕੈਦ ਕਰਦੀਆਂ ਨੇ, ਕਿਸੇ ਨੂੰ ਕਿਤਨੀ ਕੈਦ, ਕਿਸੇ ਨੂੰ ਫਾਂਸੀ ਵੀ ਦੇ ਦਿੰਦੀਆਂ ਨੇ। ਉੱਥੇ ਜਿੰਨੇ ਮਰਜ਼ੀ ਹੱਥ ਜੋੜ ਲੋ, ਕੰਮ ਨਹੀਂ ਆਉਣੇ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਆਪਣਾ ਹੁਕਮ ਸੁਣਾ ਹੀ ਦੇਣਾ ਹੈ, ਪਰ ਇੱਕੋ ਇੱਕ ਮਾਤ ਲੋਕ ਦੇ ਵਿੱਚ ਰੱਬ ਦਾ ਘਰ ਹੈ, ਜਿਸ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸਤ ਸੰਗ ਨਿੰਦਕ ਭੀ ਤਰੇ। ਇੱਥੇ ਇਹ ਗਿਣਤੀ ਨਹੀਂ ਕਰਨੀ ਵੀ ਕੋਈ ਕਿੰਨੇ ਪਾਪ ਕਰ ਰਿਹਾ, ਕਿੰਨੇ ਪਖੰਡ ਕਰ ਰਿਹਾ। ਜੋ ਕੁਛ ਮਰਜ਼ੀ ਕਰਦਾ ਹੋਵੇ ਜੀਵ, ਪਰ ਇੱਕ ਵਾਰੀ ਰੱਬ ਦੇ ਘਰ ਆ ਜਾਵੇ। ਪਰ ਆਉਣ ਦਾ ਤਰੀਕਾ ਕਿਹੜਾ ਹੈ? ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਜਦੋਂ ਤੂੰ ਆਵੇਂ ਤੇਰੇ ਮਨ 'ਚ ਕੋਈ ਹੋਰ ਅੱਖਰ ਨਾ ਹੋਵੇ ਪਰਮਾਤਮਾ ਤੋਂ ਬਿਨਾਂ। ਤੁਮਰੀ ਸ਼ਰਨ, ਤੇਰੀ ਸ਼ਰਨ ਤੋਂ ਬਿਨਾਂ ਮਗਰ ਨਾ ਝਾਂਕਦਾ ਹੋਵੇ ਜੀਵ। ਇਹ ਨਾ ਕਹਿੰਦਾ ਹੋਵੇ ਜੇ ਇੱਥੇ ਨਹੀਂ ਕੰਮ ਬਣਿਆ ਤਾਂ ਫਲਾਣੇ ਕੋਲ ਚਲੇ ਜਾਵਾਂਗੇ, ਜੇ ਫਲਾਣੇ ਕੋਲ ਨਾ ਬਣਿਆ ਤਾਂ ਉਹ ਤੇ ਹੋਰ ਅੱਗੇ ਹੋ ਜਾਵਾਂਗੇ। ਕਿੰਨੇ ਯੁੱਗ ਹੋ ਗਏ ਫਿਰਦਿਆਂ ਨੂੰ,
ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ, ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾਂ ਨਹੀਂ। ਕਹਿੰਦੇ ਬਹੁਤ ਚਿਰ ਹੋ ਗਿਆ ਤੈਨੂੰ ਦੁਨੀਆ ਤੇ ਮੱਥੇ ਟੇਕਦਿਆਂ ਨੂੰ, ਬੜੀਆਂ ਤੈਨੇ ਸੁੱਖਾਂ ਸੁੱਖੀਆਂ ਨੇ, ਪਰ ਇੱਕ ਕੰਮ ਕਰਕੇ ਦੇਖ ਲੈ, ਤੂੰ ਰੱਬ ਦੇ ਘਰ ਵਿੱਚ ਆ, ਤੇਰੇ ਮਨ 'ਚ ਹੋਰ ਗੱਲ ਨਾ ਹੋਵੇ ਕੋਈ, ਫਿਰ ਤੂੰ ਰੱਬ ਦੇ ਘਰ ਆ ਕੇ ਦਾਤ ਮੰਗੇ। ਸੱਚੇ ਪਾਤਸ਼ਾਹ ਰਾਖੋ ਰਾਖਣ ਹਾਰ ਦਇਆਲਾ, ਸੱਚੇ ਪਾਤਸ਼ਾਹ ਤੂੰ ਰੱਖਣ ਹਾਰਾ ਹੈ, ਤੇਰੇ ਬਿਨਾਂ ਕੋਈ ਰੱਖ ਨਹੀਂ ਸਕਦਾ। ਜਿਵੇਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸਾਧ ਸੰਗਤ ਜੀ ਇੱਕ ਸ਼ਬਦ ਦਾ ਇੱਕ ਐਤ ਦੇ ਅਰਥ ਕਰਨੇ ਸੀਗੇ। ਬਹਾਦਰ ਸ਼ਾਹ ਆਖਣ ਲੱਗਾ, ਕਹਿੰਦੇ ਹੋ ਸਕਦਾ ਮੈਂ ਇੱਕ, ਮੇਰੇ ਕੋਲੇ ਵਿਦਵਾਨ ਹੈ। ਜਦੋਂ ਭਾਈ ਨੰਦ ਲਾਲ ਜੀ ਨੂੰ ਆਖਿਆ ਤਾਂ ਨੰਦ ਲਾਲ ਜੀ ਨੇ ਅਰਥ ਕਰ ਦਿੱਤੇ। ਫਿਰ ਕੀ ਸੀਗਾ? ਬਹਾਦਰ ਸ਼ਾਹ ਨੂੰ ਬੁਲਾ ਕੇ ਔਰੰਗਜ਼ੇਬ ਕਹਿੰਦਾ ਬਹਾਦਰ ਸ਼ਾਹ, ਏਡਾ ਵਿਦਵਾਨ ਹੋ ਕੇ ਅਜੇ ਵੀ ਇਹ ਹਿੰਦੂ ਆ, ਇਹਨੂੰ ਆਪਾਂ ਮੁਸਲਮਾਨ ਬਣਾ ਲਈਏ। ਅਜੇ ਰਾਇਓ ਕੀਤੀ ਆ। ਬਹਾਦਰ ਸ਼ਾਹ ਸਮਝ ਗਿਆ। ਘਰ ਆ ਕੇ ਭਾਈ ਨੰਦ ਲਾਲ ਜੀ ਨੂੰ ਆਖਣ ਲੱਗਿਆ, ਕਹਿੰਦੇ ਭਾਈ ਮੈਂ ਇੱਕ ਪਰ ਉਪਕਾਰ ਕਰ ਸਕਦਾ ਤੇਰੇ ਤੇ, ਇਹ ਤੇ ਵੱਧ ਨਹੀਂ। ਕਹਿੰਦੇ ਕੀ ਗੱਲ ਹੋ ਗਈ? ਬਸ ਕਹਿੰਦੇ ਗੱਲ ਬੜੀ ਗੰਭੀਰ ਹੈ। ਮੇਰਾ ਪਿਓ ਔਰੰਗਜ਼ੇਬ ਦੀ ਅੱਖ ਬਦਲ ਗਈ ਹੈ, ਉਹਦੇ ਮਨ ਵਿੱਚ ਈਰਖਾ ਜਾਗ ਪਈ। ਕਹਿੰਦੇ ਕਾਹਦੀ? ਬਸ ਕਹਿੰਦੇ ਤੈਨੂੰ ਦੱਸ ਦਿੱਤਾ, ਮੈਂ ਤੇਰਾ ਇੱਕੋ ਭਲਾ ਕਰ ਸਕਦਾ ਹਾਂ, ਉਹ ਤੇਰਾ ਧਰਮ ਤਬਦੀਲ ਕਰਾਉਣਾ ਚਾਹੁੰਦਾ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਤੈਨੂੰ ਮੁਸਲਮਾਨ ਬਣਾਉਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਕਿ ਤੂੰ ਮੁਸਲਮਾਨ ਬਣੇ, ਕਿਉਂ ਤੂੰ ਮੇਰਾ ਮਿੱਤਰ ਹੈ। ਕਹਿੰਦੇ ਹੁਣ ਤੂੰ ਬਸ ਇੱਥੋਂ ਲੰਘ ਜਾ। ਜੇ ਤੂੰ ਮੁੜ ਕੇ ਔਰੰਗਜ਼ੇਬ ਦੇ ਅੱਖ ਦੇ ਵਿੱਚ ਆ ਗਿਆ, ਫਿਰ ਇੱਕ ਗੱਲ ਹੋਵੇਗੀ, ਜਾਂ ਤੇਰੀ ਮੌਤ ਹੋਵੇਗੀ ਜਾਂ ਤੂੰ ਮੁਸਲਮਾਨ ਬਣੇਗਾ। ਭਾਈ ਨੰਦ ਲਾਲ ਜੀ ਕਹਿੰਦੇ ਹੁਣ ਕਿੱਧਰ ਜਾਈਏ? ਬਹਾਦਰ ਸ਼ਾਹ ਆਖਣ ਲੱਗਾ, ਕਹਿੰਦਾ ਇੱਕੋ ਹੀ ਘਰ ਰੱਖਣ ਹਾਰਾ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲਿਆ ਜਾ। ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉੱਥੇ ਕਿਸੇ ਦਾ ਪਾਣੀ ਨਹੀਂ ਚੜ੍ਹਦਾ ਹੈ, ਉੱਥੇ ਚਲਿਆ ਜਾ। ਫਿਰ ਭਾਈ ਨੰਦ ਲਾਲ ਜੀ ਦਿੱਲੀ ਨੂੰ ਛੱਡ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ। ਕਹਿਣ ਤੋਂ ਭਾਵ ਹੈ ਕਿ ਕੋਈ ਵੀ ਦੁਨੀਆ ਦੀ ਐਸੀ ਵਸਤੂ ਨਹੀਂ ਜਿਹੜੀ ਰੱਬ ਦੇ ਘਰ ਵਿੱਚ ਨਾ ਬਖਸ਼ੀ ਜਾਂਦੀ ਹੋਵੇ, ਪਰ ਕਾਰਨ ਆ ਇਹਦੇ ਵਿੱਚ ਉਹ ਆਪਾਂ ਦਾਤ ਮੰਗ ਲਈਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਮੇਰਾ ਸਾਰਾ ਕੁਝ ਤੂੰ ਹੀ ਹੈ, ਰਾਖੋ ਰਾਖਣ ਹਾਰ ਦਇਆਲਾ। ਇਹ ਦਇਆ ਦੇ ਘਰ
ਦਇਆ ਦੇ ਸਰੂਪ ਅਕਾਲ ਪੁਰਖ ਵਾਹਿਗੁਰੂ ਇੱਕ ਮੇਰੇ ਤੇ ਕਿਰਪਾ ਕਰ ਦੇ। ਸਾਲੂ ਰੱਖ ਲੋ ਬਣਾ ਕੇ ਗੋਲੇ ਸੇਵਾਦਾਰ ਆਪਣੇ ਦੇ। ਰੱਖ ਲੋ ਬਣਾ ਕੇ ਗੋਲੇ ਸੇਵਾਦਾਰ ਆਪਣੇ ਦੇ। ਹੁਣ ਗੋਲੇ ਦੇ ਅਰਥ ਸੁਣੋ। ਜਿਹੜੀ ਚੀਜ਼ ਵਿਕ ਚੁੱਕੀ ਹੋਵੇ ਉਹ ਗੁਲਾਮ ਤੇ ਗੋਲਾ ਬਣ ਜਾਂਦੀ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਉੱਤੇ ਆਪਣਾ ਕੋਈ ਹੱਕ ਨਹੀਂ ਰਹਿੰਦਾ। ਫਿਰ
ਗੋਲਾ ਹੋਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਗੁਰੂ ਮਹਾਰਾਜ ਦੇ ਅਰਪਣ ਕਰਨੀਆਂ ਪੈਂਦੀਆਂ ਨੇ। ਇਹ ਕਿਤੇ ਭੁਲੇਖਾ ਨਾ ਖਾ ਜਿਓ ਵੀ ਇਹ ਸਰੀਰ ਆਪਣਾ, ਇਹ ਆਪਣਾ ਨਹੀਂ, ਇਹ ਤਾਂ ਆਪਾਂ ਨੂੰ ਮਿਲਿਆ ਹੋਇਆ ਹੈ। ਮਹਾਰਾਜ ਨੇ ਪਰਉਪਕਾਰ ਕੀਤਾ ਆਪਣੇ ਤੇ, ਸੰਗਤ ਗੱਜ ਕੇ ਆਖੋ ਸਤਿਨਾਮ। ਮਨੁੱਖ ਜਾਮਾ ਬਖਸ਼ ਕੇ ਸਾਡੇ ਦੇ ਪਰਉਪਕਾਰ ਕੀਤਾ। ਇਹ ਆਪਣਾ ਨਹੀਂ, ਆਪਾਂ ਆਪਣਾ ਬਣਾਈ ਬੈਠੇ ਹਾਂ, ਆਪਣਾ ਨਹੀਂ ਹੈ। ਇਸ ਗੱਲ ਨੂੰ ਸਮਝਣ ਵਾਸਤੇ ਮਨ ਦਾ ਟਿਕਿਆ ਬੜਾ ਜ਼ਰੂਰੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਭੁਲੇਖਾ ਖਾ ਗਿਆ ਮਨਾ, ਇਹ ਸਰੀਰ ਤੈਨੂੰ ਇਸ ਮਾਤ ਲੋਕ ਦੇ ਵਿੱਚੋਂ ਮਿਲਿਆ, ਔਰ ਇਸ ਮਾਤ ਲੋਕ ਦੇ ਵਿੱਚ ਤੂੰ ਛੱਡ ਜਾਵੇਂਗਾ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਮਹਾਰਾਜ ਜੀ ਕਹਿੰਦੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾ ਭੀੜੇ ਅੱਗੇ ਜਾਵਣਾ, ਅੱਗੇ ਨੰਗਾ ਦੋਜਗ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋ ਤਾਵਣਾ। ਮਹਾਰਾਜ ਆਪਣੇ ਤੋਂ ਕੋਈ ਚੀਜ਼ ਨਹੀਂ ਮੰਗਦੇ। ਮਹਾਰਾਜ ਕਹਿੰਦੇ ਨੇ, ਜਿਹੜੀ ਚੀਜ਼ ਤੈਨੂੰ ਬਖਸ਼ੀ ਆ ਤੂੰ ਉਹ ਵਾਪਸ ਕਰ ਦੇ। ਸੰਗਤ ਗੱਜ ਕੇ ਆਖੋ ਸਤਿਨਾਮ। ਉਹ ਵਾਪਸ ਕਰ ਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਵਾਪਸ ਕਿਵੇਂ ਹੋਵੇਗੀ? ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨਿਆ ਪਾਈਐ। ਇਹ ਮਨ ਵੀ ਤੇ ਤਨ ਵੀ ਤੇ ਧਨ ਵੀ। ਹੁਣ ਤੁਸੀਂ ਹਿਸਾਬ ਲਾ ਲਿਓ, ਜੇ ਬਰੀਕ 'ਚ ਜਾਓਗੇ ਆਪਣਾ ਮਨ ਵੀ ਨਹੀਂ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਆਪਣਾ ਧਨ ਵੀ ਨਹੀਂ ਹੈ, ਆਪਣਾ ਤਨ ਵੀ ਨਹੀਂ ਹੈ। ਇਹ ਗੁਰੂ ਮਹਾਰਾਜ ਦੀ ਦਿੱਤੀ ਹੋਈ ਦਾਤ ਹੈ, ਮਹਾਰਾਜ ਨੂੰ ਸੌਂਪਣੀ ਆ। ਇਸ ਗੱਲ ਦੀ ਗਵਾਹੀ ਭਗਤ ਰਵਿਦਾਸ ਜੀ ਭਰਦੇ ਨੇ। ਭਗਤ ਰਵਿਦਾਸ ਜੀ ਜਦੋਂ ਇੱਕ ਜੋਤ ਤਾਂ ਪਹਿਲਾਂ ਹੀ ਸੀਗੇ, ਪਰ ਲੋਕਾਂ ਨੂੰ ਸਮਝਾਉਣ ਵਾਸਤੇ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਤੈਨੂੰ ਕਿਹੜੀ ਚੀਜ਼ ਭੇਟਾ ਕਰਾਂ? ਨਾਮ ਤੇਰਾ ਤੂੰ ਹੀ ਚਵਰ ਟੁਲਾਰੇ। ਸੱਚੇ ਪਾਤਸ਼ਾਹ ਮੇਰੇ ਕੋਲੇ ਮਾਇਆ ਤਾਂ ਇੱਕ ਪਾਸੇ ਰਹਿ ਗਈ, ਇੱਕ ਫੁੱਲ ਵੀ ਉਹ ਵੀ ਮੇਰਾ ਨਹੀਂ ਹੈ। ਸੰਗਤ ਗੱਜ ਕੇ ਕਿਉਂ ਸਤਿਨਾਮ। ਕਿੱਥੇ ਪਹੁੰਚ ਗਏ ਭਗਤ ਰਵਿਦਾਸ ਜੀ? ਇਸ ਸਟੇਜ ਪਰ ਜਾਣਾ, ਇਹ ਤਨ ਮਨ ਧਨ ਸਭ ਸੌਂਪ ਗੁਰੂ ਕੋ, ਗੋਲਾ ਬਣਨਾ ਪਰਮਾਤਮਾ ਦਾ। ਗਲ 'ਚ ਰੱਸੀ ਪੈ ਜਾਂਦੀ ਹੈ, ਫਿਰ ਉਹ ਹੋਰ ਕਿਤੇ ਦਰ ਤਰ ਤੇ ਨਹੀਂ ਫਿਰਦਾ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰਾ ਕੁਝ ਗੁਰੂ ਨੂੰ ਸੌਂਪ ਦਿਆ। ਦੇਖੋ ਜਿਵੇਂ ਪੰਜਾਂ ਪਿਆਰਿਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਸਰੀਰ, ਸੱਚੇ ਪਾਤਸ਼ਾਹ ਕੱਟ ਲੋ ਸੀਸ, ਇਹ ਆਪ ਜੀ ਦੀ ਉਦਾਤ ਹੈ।
ਪੰਜਾਂ ਪਿਆਰਿਆਂ ਨੇ ਪਹਿਲਾਂ ਆਪਣਾ ਆਪ ਅਰਪਣ ਕਰ ਦਿੱਤਾ। ਉਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹੀ ਸਰੀਰ ਉਹੀ ਸੀਸ ਫਿਰ ਵਾਪਸ ਕਰ ਦਿੱਤੇ। ਸੰਗਤ ਗੱਜ ਕੇ ਆਖੋ ਸਤਿਨਾਮ। ਵਾਪਸ ਇਉਂ ਨਹੀਂ ਕਰੇ, ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਆਪਣਾ ਰੂਪ ਬਣਾਇਆ। ਜਿਨ੍ਹਾਂ ਨੂੰ ਪੰਜਾਂ ਪਿਆਰਿਆਂ ਦਾ ਨਾਮ ਮਿਲਿਆ, ਐਵੇਂ ਨਹੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿ ਗਏ, ਇਹ ਝੂਠੀਆਂ ਗੱਲਾਂ ਨਹੀਂ। ਪਰ ਆਓ ਗੋਲਾ ਬਣਨਾ ਪੈਂਦਾ ਪਹਿਲਾਂ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਹੁਣ ਤਾਂ ਆਪਣੇ ਵਿੱਚ ਅਪਣਾਤਾ। ਜਦੋਂ ਮੌਜ ਆਉਂਦੀ ਆ ਕੇਸਾਂ ਦੀ ਬੇਅਦਬੀ ਕਰ ਦਿੰਦੇ ਆ। ਜਦੋਂ ਮੌਜ ਆਉਂਦੀ ਆ, ਹੁਣ ਮੈਂ ਅਗਲੀ ਗੱਲ ਕੀ ਕਹਾਂ, ਤੁਸੀਂ ਸਭ ਕੁਝ ਜਾਣਦੇ ਹੋ। ਇਹ ਦਾਸ ਕਾ ਸੁਭਾਅ ਨਹੀਂ ਕਿ ਮੁੜ ਮੁੜ ਕੇ ਉਹੀ ਚੀਜ਼ਾਂ ਰਿਪੀਟ ਕਰੀਆਂ ਜਾਣੀਆਂ। ਇਹ ਇੱਕ ਰਮਜ ਹੈ। ਜਿਹੜੀਆਂ ਚੀਜ਼ਾਂ ਗੁਰਬਾਣੀ ਵੀ ਸਾਨੂੰ ਸਾਧ ਸੰਗਤ ਜੋ ਛੱਡਣ ਨੂੰ ਆਖਿਆ ਗਿਆ ਹੈ, ਉਹੀ ਚੀਜ਼ਾਂ ਫਿਰ ਉਹ ਆਪਾਂ ਕਰ ਨਹੀਂ ਸਕਦੇ, ਕਿਉਂਕਿ ਇਹ ਰੱਬ ਦਾ ਰੂਪ ਹੋ ਜਾਵੇਗਾ। ਫਿਰ ਤੁਸੀਂ ਦੇਖੋ ਜਦੋਂ ਸੋਨਾ ਬਣ ਜਾਵੇ, ਫਿਰ ਜਿਹੜੇ ਸੁਨਿਆਰੇ ਨੇ ਉਹ ਕਠਾਲੀ 'ਚ ਪਾ ਕੇ ਪਰਖਦੇ ਨੇ ਵੀ ਕਿਤੇ ਕੋਈ ਮਿਲਾਵਟ ਤਾਂ ਨਹੀਂ ਹੋਈ। ਜਿਹੜੀ ਚੀਜ਼ ਸੋਨਾ ਸੋਨੇ ਵਿੱਚ ਸਮਾ ਸਕਦਾ ਹੈ, ਮਿੱਟੀ ਮਿੱਟੀ ਵਿੱਚ ਰਲਦੀ ਹੈ, ਲੋਹਾ ਲੋਹੇ ਦੇ ਵਿੱਚ ਸਮਾ ਜਾਂਦਾ ਹੈ। ਇਹ ਸੰਜਾਤੀ ਸ਼ਬਦ ਨੇ ਵੀ ਵਿੱਚ ਸਮਾ ਜਾਣਾ। ਜਿਹੜੇ ਵਿਜਾਤੀ ਨੇ ਉਹ ਹੁਣ ਖੰਡ ਵਿੱਚ ਮਿੱਟੀ ਨਹੀਂ ਮਿਲਣੀ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਖਾ ਕੇ ਦੇਖੋ ਖੰਡ ਦੇ ਵਿੱਚ ਮਿੱਟੀ ਰਲਾ ਕੇ, ਨਹੀਂ ਨਾ ਉਹਦਾ ਆਨੰਦ ਨਹੀਂ ਆਉਣਾ। ਜੇ ਖੰਡ ਵਿੱਚ ਖੰਡ ਲਾਵਾਂਗੇ ਜਿਵੇਂ ਮਰਜ਼ੀ ਖਾਈ ਜਾਓ। ਇਹ ਉਦਾਹਰਨ ਹੈ। ਜਿਹੜੀ ਇਹ ਆਤਮਾ ਹੈ ਇਹ ਪ੍ਰਮਾਤਮਾ ਦੇ ਵਿੱਚ ਹੀ ਮਿਲ ਸਕਦੀ ਹੈ, ਹੋਰ ਕਿਤੇ ਨਹੀਂ ਮਿਲ ਸਕਦੀ। ਪਰਮਾਤਮਾ ਦੀ ਜੋਤ ਨੂੰ ਪਰਮਾਤਮਾ ਦੇ ਵਿੱਚ ਹੀ ਮਿਲਾਣਾ ਪਵੇਗਾ। ਜਦੋਂ ਪਰਮਾਤਮਾ ਦੇ ਨਾਲ ਮਿਲ ਗਈ, ਫਿਰ ਦਸਵੇਂ ਪਾਤਸ਼ਾਹ ਜੀ ਨੇ ਇੱਕ ਵਚਨ ਕਰ ਦਿੱਤਾ। ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸਾ ਮੇਰਾ ਰੂਪ ਹੈ ਖਾਸ।
ਖਾਲਸੇ ਮੈਂ ਕਰੂੰ ਨਿਵਾਸ, ਖਾਲਸੇ ਮੈਂ ਕਰੂੰ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਜਦੋਂ ਖਾਸ ਰੂਪ ਬਣ ਗਿਆ, ਫਿਰ ਗੁਰੂ ਮਹਾਰਾਜ ਕਹਿੰਦੇ ਭਾਈ ਇਹ ਮੇਰੇ ਪੰਜ ਪਿਆਰੇ ਨੇ, ਸੰਗਤ ਗੱਜ ਕੇ ਆਖੋ ਸਤਨਾਮ। ਇਹਨਾਂ ਦੇ ਵਿੱਚ ਔਰ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਇਹ ਮੇਰਾ ਰੂਪ ਨੇ। ਕਹਿਣ ਤੋਂ ਭਾਵ ਕਿ ਆਤਮਾ ਪਰਮਾਤਮਾ ਦੇ ਨਾਲ ਮਿਲ ਗਈ ਹੈ। ਹੁਣ ਅਸੀਂ ਆਤਮਾ ਨੂੰ ਮਿਲਾਉਣ ਵਾਸਤੇ ਹੋਰੇ ਪਾਸੇ ਭੱਜੇ ਫਿਰਦੇ ਹਾਂ। ਸੰਗਤ ਗੱਜ ਕੇ ਆਖੋ ਸਤਨਾਮ। ਗੁਰੂ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਾਹੂ ਲੈ ਪਾਹਨ ਪੂਜ ਤਿਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ, ਕਉ ਬਤਾਨ ਕੋ ਪੂਜਤੇ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਇਹਦਾ ਅਰਥ ਕੀ ਹੈ ਸਾਧ ਸੰਗਤ? ਮਹਾਰਾਜ ਕਹਿੰਦੇ ਕੋਰ ਕਿਰਿਆ ਔਰ ਜੋ ਸਭ ਹੀ ਜਗ। ਦੱਸੋ ਹੁਣ ਆਪਾਂ 10ਵੇਂ ਪਾਤਸ਼ਾਹ ਨਾਲੋਂ ਸਿਆਣੇ ਤਾਂ ਹੋ ਨਹੀਂ ਸਕਦੇ। ਕਹਿੰਦੇ ਭਾਈ ਇਹ ਕਹਿੰਦੇ ਕੂੜ ਦੀ ਕਿਰਿਆ ਵਿੱਚ ਇਹ ਸਾਰਾ ਜੱਗ ਉਲਝਿਆ ਪਿਆ। ਤੁਹਾਡੇ ਸਾਹਮਣੇ ਦੀਆਂ ਗੱਲਾਂ ਨੇ, ਅਸੀਂ ਆਪੇ ਕਰਦੇ ਹਾਂ ਇਹ ਗੱਲਾਂ ਨੂੰ। ਫਿਰ ਕਹਿੰਦੇ ਸਾਨੂੰ ਸਰਦਾ ਨਹੀਂ ਹੈ। ਮਹਾਰਾਜ ਕਹਿੰਦੇ ਨਹੀਂ ਸਰਦਾ, ਕਰੀ ਜਾਓ, ਤੁਹਾਨੂੰ ਵੀ ਬੁਲਾਉਂਦਾ ਕੋਈ, ਫਰੀ ਜਾਓ ਗੇੜੇ ਖਾਂਦੇ। ਪਾਤਸ਼ਾਹ ਕਹਿੰਦੇ ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਸਾਨੂੰ ਭੇਦ ਨਹੀਂ ਆਉਣਾ ਉਦੋਂ ਤੱਕ ਜਦੋਂ ਤੱਕ ਇਹ ਤਿੰਨ ਚੀਜ਼ਾਂ ਅਸੀਂ ਗੁਰੂ ਮਹਾਰਾਜ ਨੂੰ ਸੌਂਪ ਨਹੀਂ ਦਿੰਦੇ। ਸੰਗਤ ਗੱਜ ਕੇ ਆਖੋ ਸਤਨਾਮ। ਗੁਰੂ ਮਹਾਰਾਜ ਨੂੰ ਸੌਂਪ ਕੇ ਫਿਰ ਗੁਰੂ ਘਰ ਦੇ ਗੋਲੇ ਬਣ ਜਾਣਾ ਹੈ। ਗੋਲੇ ਬਣ ਕੇ ਨਾਮ ਜਪਣਾ, ਸੇਵਾ ਕਰਨੀ। ਫਿਰ ਉੱਥੇ ਇਹ ਗੱਲ ਨਹੀਂ ਆਉਂਦੀ ਕਿ ਇਹ ਮੈਂ ਕਰ ਰਿਹਾ। ਉੱਥੇ ਬਸ ਇੱਕੋ ਗੱਲ ਰਹਿੰਦੀ ਹੈ, ਸੱਚੇ ਪਾਤਸ਼ਾਹ ਇਹ ਤੇਰੀ ਕਿਰਪਾ ਨਾਲ ਹੋ ਰਿਹਾ ਹੈ, ਤੇਰੀ ਕਿਰਪਾ ਨਾਲ। ਅਗਲੀਆਂ ਤਰੀਕਾਂ ਦੇ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਆਉਣਾ ਹੈ, ਚੌਥੇ ਪਾਤਸ਼ਾਹ ਜੀ ਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਰੱਬ ਨੂੰ ਪਿਆਰੇ ਹੋ ਗਏ। ਫਿਰ ਸਾਧ ਸੰਗਤ ਜੀ ਤੀਜੇ ਪਾਤਸ਼ਾਹ ਜੀ ਕੋਲ ਹਾਜ਼ਰ ਹੋ ਗਏ ਸੇਵਾ ਕਰਨ ਵਾਸਤੇ। ਸੇਵਾ ਕਰੀ ਜਾਂਦੇ ਨੇ, ਪਰ ਮਾਨ ਕੋਈ ਨਹੀਂ। ਸੇਵਾ ਕਰਦੇ ਨੇ, ਨਾਲੇ ਸਿਮਰਨ ਕਰਦੇ ਨੇ। ਸੇਵਾ ਕਰਦੇ ਕਰਦੇ, ਸਿਮਰਨ ਕਰਦੇ ਕਰਦੇ ਇੱਥੇ ਬਿਰਤੀ ਚਲੀ ਗਈ ਸਾਧ ਸੰਗਤ ਜੀ ਕਿ ਬਹੁਤ ਨੇੜੇ ਹੋ ਗਏ ਪਰਮਾਤਮਾ ਦੇ। ਇਹ ਨਹੀਂ ਹੈਗਾ ਵੀ ਪਰਮਾਤਮਾ ਨੂੰ ਟਿਕਟ ਕਟਾ ਕੇ ਮਿਲਣ ਜਾਣਾ ਪਵੇਗਾ।
ਜਾਂ ਕੋਈ ਵਿਸ਼ੇਸ਼ ਜਗ੍ਹਾ ਹੋਵੇਗੀ ਉੱਥੇ ਮਿਲਣਾ ਹੋਵੇਗਾ। ਮਨਾ ਜਿੱਥੇ ਤੂੰ ਹੁਣ ਹੈਗਾ ਇੱਥੇ ਰੁਕ ਜਾ। ਸੰਗਤ ਗੱਜ ਕੇ ਆਖੋ ਸਤਿਨਾਮ। ਇੱਥੇ ਰੁਕ ਜਾ ਬਸ। ਤੈਨੂੰ ਖੁਦ ਪ੍ਰਮਾਤਮਾ ਆ ਕੇ ਮਿਲੇਗਾ। ਤੇਰੇ ਬਸ ਦੀ ਗੱਲ ਨਹੀਂ ਕਿ ਤੂੰ ਪ੍ਰਮਾਤਮਾ ਨੂੰ ਮਿਲ ਲਵੇਂ। ਸੰਗਤ ਗੱਜ ਕੇ ਆਖੋ ਸਤਿਨਾਮ। ਕਿਵੇਂ ਮਿਲਾਂਗੇ ਬਈ? ਉਹ ਤਾਂ ਤਿੰਨਾਂ ਚੀਜ਼ਾਂ ਤੋਂ ਨਿਆਰਾ। ਕੀ ਆਪਾਂ ਨੂੰ ਸਿਆਣਾ ਉਸਦੀ? ਰੂਪ ਨਾ ਰੇਖ ਨਾ ਰੰਗ ਕਿਸ, ਤ੍ਰੈ ਗੁਣ ਤੇ ਪ੍ਰਭ ਭਿੰਨ। ਜਿਸੇ ਬੁਝਾਏ ਨਾਨਕਾ ਤਿਸ ਹੋਵੇ ਸੋ ਪ੍ਰਸੰਨ। ਇੱਕ ਵਸਤੂ ਦਿਖਦੀ ਆ, ਇੱਕ ਦਿਖਦੀ ਨਹੀਂ ਹੈ। ਉਹ ਦਿਰਸ ਵਸਤੂ ਹੈ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਨਿਯਮ ਨੇ ਉਹਨਾਂ ਤੇ ਆਪਾਂ ਚੱਲੀਏ, ਫਿਰ ਖੁਦ ਪ੍ਰਮਾਤਮਾ ਆਪਾਂ ਨੂੰ ਆ ਕੇ ਮਿਲੇਗਾ। ਆਪਣੇ ਵਿੱਚ ਹਸਤੀ ਨਹੀਂ ਵੀ ਆਪਾਂ ਮਿਲ ਲਈਏ। ਭਾਵੇਂ ਕੋਲੇ ਨੂੰ ਲੰਘ ਜਾਵਾਂਗੇ, ਸਿਆਣੇ ਨਹੀਂ ਹੋਣੀ ਆਪਾਂ ਨੂੰ। ਇਹ ਗੁਰੂ ਕਿਰਪਾ ਕਰਦਾ ਆਪਣਾ ਅੰਦਰ ਖੋਲਣ ਵਾਸਤੇ। ਆਪਾਂ ਆਪਣੇ ਆਪ ਚਾਨਣ ਨਹੀਂ ਆਪਣੇ ਅੰਦਰ ਕਰ ਸਕਦੇ। ਇਹ ਵੀ ਗੱਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾ ਹਨੇਰਾ ਹੈ, ਸਾਰੇ ਪਾਸੇ ਹਨੇਰਾ। ਭਾਵੇਂ ਚੰਦਰਮਾ ਵੀ ਚੜ੍ਹਦਾ, ਚੰਦ ਵੀ ਚੜ੍ਹਦਾ ਹੈ, ਸੂਰਜ ਵੀ ਚੜ੍ਹਦਾ ਹੈ, ਤਾਰੇ ਵੀ ਚੜ੍ਹਦੇ ਨੇ। ਕਿੰਨਾ ਕਿੰਨਾ ਖਰਚ ਕਰਕੇ ਬਿਜਲੀ ਵੀ ਬਣਾਈ ਹੈ, ਪਰ ਤਾਂ ਵੀ ਹਨੇਰਾ। ਰੱਬ ਨੂੰ ਦੇਖਣ ਵਾਲਾ ਜੋ ਚਾਨਣਾ ਉਹ ਦੁਨੀਆ ਨਹੀਂ ਬਣਾ ਸਕਦੀ। ਸੰਗਤ ਗੱਜ ਕੇ ਆਖੋ ਸਤਿਨਾਮ। ਉਹ ਚਾਨਣ ਅਕਾਲ ਪੁਰਖ ਵਾਹਿਗੁਰੂ ਸਾਨੂੰ ਬਖਸ਼ਦਾ ਹੈ। ਉਹ ਚਾਨਣ ਕਿਹੜਾ? ਗੁਰੂ ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਬਸੇ ਮਨ ਆਏ। ਗੁਰੂ ਦੀ ਕਿਰਪਾ ਦੁਆਰਾ, ਜੇ ਗੁਰੂ ਕਿਰਪਾ ਕਰੇਗਾ ਫਿਰ ਅਸੀਂ ਰੱਬ ਨੂੰ ਦੇਖ ਲਵਾਂਗੇ। ਬਾਕੀ ਆਪਣੀ ਹਸਤੀ ਨਹੀਂ। ਜਿੰਨੀ ਮਰਜ਼ੀ ਅਸੀਂ ਨਾਮ ਜਪ ਲਈਏ, ਜਿੰਨਾ ਮਰਜ਼ੀ ਸੇਵਾ ਕਰ ਲਈਏ, ਹਾਂ ਇਹ ਵਸਤੂਆਂ ਮਦਦਗਾਰ ਜ਼ਰੂਰ ਨੇ, ਪਰ ਮਿਲਾਪ ਉਦੋਂ ਹੋਵੇਗਾ ਜਦੋਂ ਗੁਰੂ ਮਹਾਰਾਜ ਜੀ ਟੁੱਟਣਗੇ। ਸੰਗਤ ਗੱਜ ਕੇ ਆਖੋ ਸਤਿਨਾਮ। ਜਦੋਂ ਸਾਨੂੰ ਆ ਕੇ ਆਪਣੀ ਗਲਵਕੜੀ ਵਿੱਚ ਲੈਣਗੇ ਉਦੋਂ ਮਿਲਾਪ ਹੋਵੇਗਾ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ। ਰਾਹ ਤੇ ਪਏ ਰਹੋ, ਪਏ ਚੱਲੋ, ਪਰ ਜਦੋਂ ਗੁਰੂ ਕਿਰਪਾ ਕਰੇਗਾ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ, ਤਾਂ ਇਹ ਜੁਗਤ ਪਛਾਨੀ। ਗੁਰੂ ਕਿਰਪਾ ਕਰਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਪੜੀਏ ਧਾਰਨਾ। ਜਦੋਂ ਕਰਦੇ ਨੇ ਗੁਰੂ ਜੀ ਕਿਰਪਾ, ਜਦੋਂ ਕਰਦੇ ਨੇ ਗੁਰੂ ਜੀ ਕਿਰਪਾ,
ਕਿਰਪਾ ਜਦੋਂ ਕਰਦੇ ਨਹੀਂ ਗੁਰੂ ਜੀ ਕਿਰਪਾ। ਜੁਗਤ ਪਛਾਨੀ ਨਾਨਕ ਲੀਨ ਭਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਇਸ ਤਰ੍ਹਾਂ ਇੱਕ ਗੱਲ ਹੋਰ ਖਿਆਲ ਰੱਖਿਓ, ਸਾਨੂੰ ਭੁਲੇਖਾ ਵੀ ਕਿਤੇ ਆਪਾਂ ਸਰੀਰ ਛੱਡ ਕੇ ਹੀ ਮਿਲਾਂਗੇ ਸੰਗਤ ਗੱਜ ਕੇ ਆਖੋ ਸਤਿਨਾਮ। ਇਹ ਵੀ ਭੁਲੇਖਾ ਨਹੀਂ ਰੱਖਣਾ ਚਾਹੀਦਾ। ਵੈਸੇ ਤਾਂ ਆਪਾਂ ਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ ਕਿ ਆਪਾਂ ਕਿਸੇ ਹੋਰ ਰਾਹ ਦੇ ਪਾਂਦੀ ਹਾਂ, ਪਰ ਹੁਣ ਸੰਗਤ ਵਿੱਚ ਤਾਂ ਇਹ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਨੇ ਜੇ ਕਿਸੇ ਦੇ ਕਰਮ ਜਾਗ ਪੈਣ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਕਰਦੇ ਕਰਦੇ ਇੱਥੇ ਪਹੁੰਚ ਗਏ ਨੇ। ਇੱਕ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ, ਉਹਨਾਂ ਦੇ ਰਿਸ਼ਤੇ ਦੀ ਗੱਲ ਚੱਲ ਗਈ। ਮਾਤਾ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ, ਕਿਉਂਕਿ ਘਰ ਦੇ ਵਿੱਚ ਵਿਚਾਰ ਵਟਾਂਦਰਾ ਹੁੰਦਾ ਹੀ ਹੈ, ਗੱਲਾਂ ਬਾਤਾਂ ਹੁੰਦੀਆਂ ਨੇ। ਗੁਰੂ ਪਾਤਸ਼ਾਹ ਜੀ ਆ ਰਹੇ ਨੇ, ਸੇਵਾ ਕਰਦੇ ਕਰਦੇ ਮਾਤਾ ਜੀ ਦੇ ਨਿਗਾਹ ਦੇ ਵਿੱਚ ਆ ਗਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ, ਕਹਿੰਦੇ ਉਹ ਐਸਾ ਵਰ ਹੋਣਾ ਚਾਹੀਦਾ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਫਿਰ ਐਸਾ ਤਾਂ ਫਿਰ ਇਹੀ ਨੇ। ਸੰਗਤ ਗੱਜ ਕੇ ਆਖੋ ਸਤਿਨਾਮ। ਕਿਉਂਕਿ ਸੇਵਾ ਕਰਕੇ ਇੱਥੇ ਤੱਕ ਪਹੁੰਚਣਾ ਵੀ ਬੜਾ ਮੁਸ਼ਕਲ ਆ। ਨੀਚੇ ਦੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ, ਫਿਰ ਉੱਪਰ ਨੂੰ ਚੜ੍ਹਦੇ 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 ਅਜੇ ਤਾਂ ਆਪਾਂ ਪੌੜੀ ਕੋਲੇ ਗਏ ਵੀ ਨਹੀਂ ਹੁੰਦੇ। ਸਾਧ ਸੰਗਤ ਜੀ, ਸਾਡਾ ਸੁਭਾਅ ਇਹੋ ਜਿਹਾ ਹੈ ਕਿ ਦੁਨੀਆ ਨੂੰ ਗੁੰਮਰਾਹ ਕਰਨ ਵਾਸਤੇ ਅਸੀਂ ਤਾਂ ਪਹਿਲਾਂ ਚਵਾਰੇ ਚੜ੍ਹ ਜਾਂਦੇ ਹਾਂ। ਸੰਗਤ ਗੱਜ ਕੇ ਆਖੋ ਸਤਿਨਾਮ। ਪਰ ਬਾਬਾ ਜੀ ਲਿਖ ਕੇ ਬਿਨ ਪੌੜੀ ਗੜ ਕਿਉਂ ਚੜੋ, ਵੀ ਬਿਨਾ ਪੌੜੀ ਤੇ ਉੱਪਰ ਨਹੀਂ ਚੜਿਆ ਜਾਂਦਾ। ਇਹ ਵੀ ਇੱਕ ਪੌੜੀ ਆ। ਮਹਾ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ,
ਕੋਵਡ ਭਾਗੀ ਪਾਏ। ਫਿਰ ਕਹਿੰਦੇ ਕੋਟ ਜਨਮ ਕੇ ਕਿਲ ਵਿਕਨਾਸੇ ਹਰ ਚਰਨੀ ਚਿੱਤ ਲਾਏ। ਬੜਾ ਆਨੰਦ ਹੈ। ਅੱਜ ਤਾਂ ਫਸੇ ਬੈਠੇ ਆ ਲੋਕ ਐਵੇਂ ਖਾਮ ਖਾ 'ਚ। ਇਸ ਆਨੰਦ ਵਰਗਾ ਆਨੰਦ ਦੁਨੀਆ ਤੇ ਨਹੀਂ ਹੈਗਾ ਹੋਰ ਕੋਈ। ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਰਹੋ ਵਿਚਾਰ। ਗੁਰੂ ਪਾਤਸ਼ਾਹ ਜੀ ਨੂੰ ਬੀਬੀ ਭਾਨੀ ਜੀ ਦਾ ਰਿਸ਼ਤਾ ਹੋ ਗਿਆ। ਘਰ ਦੇ ਵਿੱਚ ਹੀ ਗੁਰੂ ਪਾਤਸ਼ਾਹ ਜੀ ਨੇ ਸ਼ਗਨ ਲਾ ਕੇ ਬੀਬੀ ਭਾਨੀ ਜੀ ਦਾ ਵਿਆਹ ਕਰ ਦਿੱਤਾ। ਪਰ ਅਜੇ ਸੇਵਕ ਰੂਪ ਦੇ ਵਿੱਚ ਨੇ। ਸੇਵਾ ਹਰ ਕੋਈ ਕਰਦਾ ਹੈ, ਇਹ ਨਹੀਂ ਗੱਲ ਵੀ ਨਹੀਂ ਕਰਦਾ। ਪਰ ਮਹਾਰਾਜ ਨੂੰ ਕਿਹੜੀ ਸੇਵਾ ਚੰਗੀ ਲੱਗਦੀ ਆ? ਸੰਗਤ ਗੱਜ ਕੇ ਆਖੋ ਸਤਨਾਮ। ਉਹ ਆਪਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪਤਾ ਚੱਲੇਗਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਸਾਡਾ ਸਰੀਰ ਬਿਰਧ ਹੋ ਗਿਆ ਅਤੇ ਥੜੇ ਬਣਾ ਦਿਓ 4। ਗੁਰੂ ਬਾਬਾ ਜੀ ਦੇ 2 ਸੁਪੁੱਤਰ, ਇੱਕ ਹੋਰ ਜਵਾਈ ਹੈ। ਇੱਕ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਾਰੇ ਲਾਗੇ ਥੜੇ ਬਣਾਉਣ। ਜਦੋਂ ਸ਼ਾਮ ਨੂੰ ਆਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਚੰਗੇ ਨਹੀਂ ਬਣੇ, ਦੁਬਾਰੇ ਬਣਾਓ। ਚਲੋ ਦੁਬਾਰੇ ਫੇਰ ਬਣਾ ਦਿੱਤੇ। ਗੁਰੂ ਮਹਾਰਾਜ ਜੀ ਕਹਿੰਦੇ ਭਾਈ ਅਜੇ ਵੀ ਸਾਡੇ ਮਨ ਪਸੰਦ ਦੇ ਨਹੀਂ ਬਣੇ। ਚਾਰਾਂ ਦੇ ਵਿੱਚੋਂ ਤਿੰਨਾਂ ਨੇ ਇਹ ਕਹਿ ਦਿੱਤਾ, ਕਹਿੰਦੇ ਮਹਾਰਾਜ ਚਲੋ ਆਪਾਂ ਨਹੀਂ ਉਹ ਗੱਲ ਕਹਿਣੀ ਹੈ। ਉਹ ਕਹਿ ਗਏ ਇੱਕ ਗੱਲ ਵੱਖਰੀ ਆ। ਜੇ ਆਪਾਂ ਵੀ ਆਖੀਏ ਸੋਭਾ ਨਹੀਂ ਦਿੰਦੇ। ਸੰਗਤ ਗੱਜ ਕੇ ਆਖੋ ਸਤਨਾਮ। ਕਹਿਣ ਤੋਂ ਭਾਵ ਹੈ ਕਿ ਗੁਰੂ ਮਹਾਰਾਜ ਜੀ ਇਹ ਚੀਜ਼ ਦੇਖਦੇ ਸੀਗੇ ਵੀ ਕਿਹਦੇ ਅੰਦਰੋਂ ਮੈਂ ਨਿਕਲੀ ਹੋਈ ਹੈ। ਹੁਣ ਉੱਥੇ ਗੱਲ ਆਵੇਗੀ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋਲ ਗਏ। ਕਹਿੰਦੇ ਭਾਈ ਪੁਰਖਾ ਇਹ ਥੜਾ ਸੋਹਣਾ ਨਹੀਂ ਬਣਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਮੇਰੀ ਮੱਤ ਬਹੁਤ ਥੋੜੀ ਆ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਆਪੇ ਬਣਵਾ ਲਵੋ। ਇਹ ਮੇਰੇ ਵੱਸ ਦੀ ਗੱਲ ਨਹੀਂ, ਤੁਸੀਂ ਆਪ ਕਿਰਪਾ ਕਰੋ, ਤੁਸੀਂ ਆਪ ਹੀ ਸੇਵਾ ਕਰਵਾ ਲਓ। ਕਹਿਣ ਦੀ ਗੱਲ ਨਹੀਂ। ਤਾਂ ਹੀ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਹਉਮੈ ਆ ਨਾ ਇਹੀ ਦੁਨੀਆ ਦੇ ਵਿੱਚ ਆਵਣ ਜਾਣ ਦਾ ਕਾਰਨ ਆ, ਆਵਾਗਮਨ ਦਾ। ਇਹ ਸੂਖਸ਼ਮ ਬੜੀ ਹੈ। ਇਹਦੇ ਨਾਲ ਹੋਰ ਬੜੀਆਂ ਫੌਜਾਂ ਨੇ, ਪਰ ਇਹ ਕੱਲੀ ਕੱਲੀ ਗੱਲ ਨਹੀਂ ਆਖੀ ਜਾ ਸਕਦੀ। ਕਿਉਂਕਿ ਬਹੁਤ ਸਮਾਂ ਨਾ ਆਪਾਂ ਨੂੰ ਇਤਨਾ ਸਮਾਂ, ਨਾ ਹੀ ਦੱਸਣ ਵਾਲੇ ਨੂੰ ਸਮਾਂ। ਇਹ ਤਾਂ ਕਦੇ ਗੁਰੂ ਮਹਾਰਾਜ ਕਿਰਪਾ ਕਰੇ ਕੋਈ ਸਮਾਂ ਦੇਵੇ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਬਰਾਗ ਹੀ ਇਤਨਾ ਲੱਗ ਜਾਵੇ। ਸੰਗਤ ਗੱਜ ਕੇ ਆਖੋ ਸਤਨਾਮ। ਅਸੀਂ ਸਾਰਾ ਕੁਝ ਭੁੱਲ ਕੇ ਫਿਰ ਇਹ ਗੱਲਾਂ ਸੁਣੀਏ, ਫਿਰ ਸਾਡੇ ਕੰਮ ਦੀਆਂ ਨੇ। ਜੇ ਅਸੀਂ ਸਾਰਾ ਕੁਝ ਯਾਦ ਕਰਕੇ ਗੱਲਾਂ ਸੁਣਾਂਗੇ ਫਿਰ ਗੱਲ ਕਹੀ ਹੋਈ ਅਣਸੁਣੀ ਹੋ ਜਾਂਦੀ ਹੈ। ਸੰਗਤ ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਇਸ ਕਰਕੇ ਆਓ। ਫਿਰ ਕੀ ਹੋਇਆ? ਗੁਰੂ ਮਹਾਰਾਜ ਜੀ ਕਹਿੰਦੇ ਹੁਣ ਬਣਾਓ। ਕਹਿੰਦੇ ਸੱਚੇ ਪਾਤਸ਼ਾਹ ਜਿਹਾ ਜਿਹਾ ਤੁਹਾਨੂੰ ਚਾਹੀਦਾ ਕਿਰਪਾ ਕਰਕੇ ਆਪੇ ਬਣਵਾ ਲਓ।
ਤੁਸੀਂ ਆਪੇ ਕਿਰਪਾ ਕਰੋ। ਇਹ ਆ ਗੁਰ ਕਿਰਪਾ ਜੇ ਨਰਕੋ ਕੀਨੀ। ਜਦ ਤੱਕ ਮੈਂ ਆ ਆਪਾਂ ਕਿਸੇ ਨੂੰ ਬੁਲਾ ਲਈਏ, ਮੰਜੇ ਤੇ ਬੈਠੇ ਹੋਈਏ, ਅਗਲੇ ਨੂੰ ਬੈਠਣ ਜੋਗੀ ਜਗ੍ਹਾ ਨਾ ਦਈਏ, ਫਿਰ ਕੀ ਬਣੇਗਾ? ਪਰਮਾਤਮਾ ਨੂੰ ਅੰਦਰ ਬਿਠਾਉਣ ਵਾਸਤੇ ਮੈਂ ਨੂੰ ਇੱਕ ਪਾਸੇ ਕਰਕੇ ਗਰੀਬੀ ਦਾ ਆਸਣ ਲਾਣਾ ਪੈਂਦਾ। ਸੰਗਤ ਗੱਜ ਕੇ ਆਖੋ ਸਤਿਨਾਮ। ਆਪਣੇ ਅੰਦਰ ਗਰੀਬੀ ਲਿਆਣੀ ਪੈਂਦੀ ਹੈ। ਦੁਨੀਆ ਦੀ ਦੌੜ ਆ, ਮੈਂ ਅਮੀਰ ਕਿਵੇਂ ਬਣਾ, ਪਰ ਰੱਬ ਦੇ ਪਿਆਰੇ ਇਹ ਗੱਲ ਦੀ ਭਾਲ ਵਿੱਚ ਨੇ ਕਿ ਸਾਡੀ ਮੈਂ ਮਰ ਕੇ ਗਰੀਬੀ ਕਦੋਂ ਆਵੇ। ਸੰਗਤ ਗੱਜ ਕੇ ਆਖੋ ਸਤਿਨਾਮ। ਜਿਹਦੇ ਉੱਤੇ ਆ ਕੇ ਪਰਮਾਤਮਾ ਨੇ ਬੈਠਣਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਗੁਰਬਾਣੀ ਦੱਸਦੀ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕਠਾਏ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਫਿਰ ਥੜਾ ਬਣਾ ਦਿੱਤਾ ਗੁਰੂ ਪਾਤਸ਼ਾਹ ਜੀ ਨੇ। ਫਿਰ ਗੁਰੂ ਮਹਾਰਾਜ ਕਹਿੰਦੇ ਭਾਈ ਹੁਣ ਠੀਕ ਆ। ਦੇਖੋ ਸੇਵਾ ਧਰਤੀ ਦੇ ਥੜੇ ਬਣ ਰਹੇ ਨੇ, ਪਰ ਗੁਰੂ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਰੱਬ ਦੀ ਜੋਤ ਗੁਰੂ ਅਮਰਦਾਸ ਮਹਾਰਾਜ ਦੇ ਅੰਦਰ ਟਿਕਾਉਣੀ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਦੋ ਚੀਜ਼ਾਂ ਦਾ ਮੇਲ ਹੈ। ਸੇਵਾ ਦੇ ਨਾਲ ਨਿਮਰਤਾ ਹੁੰਦੀ ਹੈ, ਨਾਮ ਦੇ ਨਾਲ ਮਨ ਨਿਰਮਲ ਹੁੰਦਾ ਹੈ। ਫਿਰ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਾਬਾ ਬੁੱਢਾ ਜੀ ਨੂੰ, ਸਿਆਣੇ ਗੁਰਮੁਖ ਪਿਆਰਾਂ ਨੂੰ ਸੱਦ ਕੇ ਫਿਰ ਗੁਰੂ ਵਾਹਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ। ਸੰਗਤ ਗੱਜ ਕੇ ਆਖੋ ਸਤਿਨਾਮ। ਇਹ ਸੇਵਾ ਤੇ ਸਿਮਰਨ ਦੀ ਉਹ ਤਾਕਤ ਹੈ ਭਾਈ। ਜੇ ਗੁਰੂ ਦੇ ਸ਼ਰਨ ਆਏ, ਰੱਬ ਦੇ ਗੋਲੇ ਬਣੇ, ਫਿਰ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨਾ ਸੂਝੇ ਦੂਜੀ ਠਾਹਰ, ਹਾਰ ਪ੍ਰੇਤ ਦੁਆਰੀ, ਲੇਖੈ ਸੋਢ ਅਲੇਖੈ ਸੁਟੇ, ਹਮ ਨਿਰਗੁਣ ਲਿਹੋ ਅਵਾਰੀ। ਸਾਧਵਕ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਸੇ ਪਰਿਓ, ਰਾਖ ਲਿਹੋ ਇਹ ਬਾਰੀ। ਰੱਬ ਦਾ ਰੂਪ ਹੋ ਜਾਂਦਾ ਇਨਸਾਨ। ਮਹਾਂਪੁਰਖ ਬਚਨ ਕਰਿਆ ਕਰਦੇ। ਸੰਤ ਬਾਬਾ ਭਗਵਾਨ ਸਿੰਘ ਜੀ ਕਹਿੰਦੇ ਕਿ ਰੂਪ ਤਾਂ ਇੱਕੇ ਹੋਣਾ ਨਾ, ਪਰ ਇੱਥੇ ਇੱਕ ਗੱਲ ਖਿਆਲ ਰੱਖਿਓ, ਇਹ ਵੀ ਨਾਲ ਸਮਝਾਇਆ ਕਰਦੇ ਤੇ ਆਪਾਂ ਪੜ੍ਹ ਲਈਏ, ਫਿਰ ਸਮਾਪਤੀ ਕਰੀਏ, ਕਿਤੇ ਖਤਾ ਖਾ ਜੀਏ। ਫਿਰ ਕਿਤੇ ਰੱਬ ਬਣ ਕੇ ਨਾ ਬੈਠੀ, ਸੇਵਕਾਂ ਦਾ ਸੇਵਕ ਰਹੀ, ਰੱਬ ਬਣ ਕੇ ਨਾ ਸੇਵਕਾਂ ਦਾ ਸੇਵਕ ਰਹੀ।
ਕੇ ਨਾ ਬੈਠੀ, ਰੱਬ ਬਣ ਕੇ ਨਾ ਬੈਠੀ। ਤੁਸੀਂ ਕਿਤੇ ਨਾ ਸੰਤ ਬਾਬਾ ਕਿਰਪਾਲ ਸਿੰਘ ਜੀ ਸੰਨਾ ਵਾਲਿਆਂ ਦੇ ਜਿਹੜੀਆਂ ਉਹਨਾਂ ਨੇ ਚਿੱਠੀਆਂ ਲਿਖੀਆਂ ਸੀਗੀਆਂ ਬਾਬਾ ਪੂਰਨ ਸਿੰਘ ਜੀ ਉਹਨਾਂ ਨੂੰ, ਨੀਚੇ ਲਿਖਦੇ ਨੇ ਦਾਸਨ ਦਾਸ ਸੰਗਤ ਗੱਜ ਕੇ ਆਖੋ ਸਤਨਾਮ। ਕਿਰਪਾਲ ਸਿੰਘ ਸੰਤ ਵੀ ਨਹੀਂ ਲਿਖਦੇ ਆਪਣੇ ਆਪ ਨੂੰ, ਨਾਲੇ ਤਿੰਨ ਲੋਕਾਂ ਦੇ ਗਿਆਤਾ ਸੀਗੇ ਸੰਗਤ ਗੱਜ ਕੇ ਆਖੋ ਸਤਨਾਮ। ਕੋਈ ਜਾਂਦੇ ਜਾਂਦੇ ਸੰਗਤ ਜਾਂਦੀ ਆ ਤੁਰੇ, ਕਹਿੰਦੇ ਇੱਕ ਗੁਰਸਿੱਖ ਨੇ ਕਿਸੇ ਨੇ ਖਰਬੂਜਾ ਤੋੜ ਲਿਆ ਮਗਰ ਤੇ, ਬਾਬੇ ਕਹਿੰਦੇ ਭਾਈ ਇੱਕ ਸਾਡੇ ਇੱਕ ਅੱਖ ਕਹਿੰਦੇ ਮਗਰ ਵੀ ਲੱਗੀ ਹੋਈ ਆ, ਸੰਗਤ ਗੱਜ ਕੇ ਆਖੋ ਸਤਨਾਮ। ਐਸੇ ਮਹਾਂਪੁਰਖ ਜਿਹੜੇ ਸਾਰਾ ਕੁਝ ਜਾਣਦੇ ਹੋਏ ਵੀ ਸੰਗਤਾਂ ਦੇ ਦਾਸ ਬਣ ਕੇ ਰਹੇ, ਸੰਤ ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਖ ਜਿਹੜੇ ਤ੍ਰੈਕਾਲਦਰਸ਼ੀ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਉਹ ਸੰਗਤ ਤੋਂ ਨੀਚੇ ਬਹਿੰਦੇ ਸੀਗੇ, ਸੰਗਤ ਗੱਜ ਕੇ ਆਖੋ ਸਤਨਾਮ। ਇਹਦੇ ਵਿੱਚ ਕੋਈ ਅੰਤਰੀ ਭਾਵ ਹੁੰਦਾ, ਕਈ ਲੋਕ ਇਹਨੂੰ ਪਖੰਡ ਵਾਲੇ ਪਾਸੇ ਲੈ ਜਾਂਦੇ ਨੇ, ਪਰ ਨਹੀਂ, ਸਾਨੂੰ ਸਮਝਾਉਣ ਵਾਸਤੇ ਕੋਈ ਮਹਾਂਪੁਰਖਾਂ ਦੀ ਇਹਦੇ ਵਿੱਚ ਵੀ ਭਲਾਈ ਹੁੰਦੀ ਹੈ। ਇਸ ਕਰਕੇ ਆਓ ਭਾਈ, ਰੱਬ ਨੂੰ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਨਿਵੇਂ ਸੋ ਗੌਰਾ ਹੋਏ, ਪਰ ਕਹਿੰਦੇ ਇਹੋ ਜਿਹਾ ਨਿਮਣਾ ਨਹੀਂ। ਕਹਿੰਦੇ ਕਈ ਲੋਕ ਨਿਮ ਕੇ ਗੋਲੀ ਵੀ ਚਲਾਉਂਦੇ ਨੇ, ਸੰਗਤ ਗੱਜ ਕੇ ਆਖੋ ਸਤਨਾਮ। ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹੇ, ਸੀਸ ਨਵਾਈਏ ਕਿਆ ਥੀਏ ਜੇ ਹਿਰਦੇ ਕਿ ਸੁਧੇ ਜਾਹੇ। ਇਸ ਕਰਕੇ ਸੁਧ ਹਿਰਦੇ ਦੇ ਨਾਲ ਨਿਮੀਏ, ਮਨ ਵਿੱਚ ਕੂੜ ਕਵਾੜ ਨਾ ਰੱਖੀਏ। ਜੇ ਕਿਸੇ ਦੇ ਕਿਰਪਾ ਹੋ ਜਾਵੇ ਤਾਂ ਕੰਨਾਂ ਨੂੰ ਹੱਥ ਲਾ ਲਓ ਅੱਜੇ, ਜੇ ਆਪਾਂ ਅਲਸੂ ਪਲਸੂ ਅਲਮਲ ਖਾਈ ਸਰਸਾਈ ਪਾਈ, ਮੂਰਖ ਅੰਦੇ ਪੱਤ ਗਵਾਈ। ਜੇ ਅਜੇ ਵੀ ਸਾਡੇ ਸਰੀਰ ਨਾਲ ਉਹ ਚੀਜ਼ਾਂ ਲੱਗੀਆਂ ਹੋਈਆਂ ਨੇ ਤਾਂ ਮਹਾਰਾਜ ਨੂੰ ਬੇਨਤੀ ਕਰ ਦਿਓ, ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ, ਸੰਗਤ ਗੱਜ ਕੇ ਆਖੋ ਸਤਨਾਮ। ਜਿਹੜੀ ਚੀਜ਼ ਮੁੱਲ ਲੈ ਕੇ ਖਾਣੀ ਆ ਆਪਾਂ ਉਹ ਨਹੀਂ ਛੱਡ ਸਕਦੇ, ਮੈਂ ਤਾਂ ਅੰਦਰੇ ਬੈਠੀ ਆ, ਇਹਨੂੰ ਕਿਵੇਂ ਛੱਡਾਂਗੇ ਅਜੇ। ਇਸ ਕਰਕੇ ਉਹ ਇੱਕ ਰਮ ਜਾਹੇ। ਹੁਣ ਅੱਗੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਭੁੱਲਾ ਚੁੱਕਾਂ ਦੇ ਖੀਮਾ। ਭਾਈ ਮੇਜਰ ਸਿੰਘ ਦਾ ਜੋ ਹਰ ਸਾਲ ਸਹਿਜ ਪਾਠ ਕਰਦੇ ਨੇ ਤੇ ਫਿਰ ਗੁਰੂ ਕੀ ਸੰਗਤ ਨੂੰ ਸੱਦ ਕੇ ਕਥਾ ਕੀਰਤਨ ਸੇਵਾ ਦਾ ਮੌਕਾ ਦਿੰਦੇ ਨੇ ਸਾਰੇ ਨਗਰ ਨਿਵਾਸੀਆਂ ਨੂੰ। ਨਗਰ ਵੀ ਬੜੇ ਚਾਅ ਦੇ ਨਾਲ ਸੇਵਾ ਕਰਦਾ ਹੈ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਸਹਿਜ ਪਾਠ ਦੇ ਭੋਗ ਪਾਏ ਗਏ ਨੇ, ਸ਼ਬਦ ਕੀਰਤਨ ਹੋਇਆ ਹੈ, ਬਾਣੀ ਪੜ੍ਹਦੇ ਹਾਂ, ਇੱਕ ਨਹੀਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ। ਭਾਈ ਜਸਵਿੰਦਰ ਸਿੰਘ ਜੀ ਜੋ ਰਾਗਾਂ ਦੇ ਵਿੱਚ ਵਧੀਆ ਕੀਰਤਨ ਕਰਦੇ ਨੇ, ਜੇ 3-4 ਹੋਣ, ਇਹ ਇੱਕ ਜੋੜੀ ਵਾਲਾ ਹੋਵੇ, ਇੱਕ ਹੋਰ ਜਿਹੜੇ ਤੰਤੀ ਸਾਜ਼ ਨੇ, ਫਿਰ ਸੁਣਿਓ ਕਿਤੇ ਇਹ ਵਡਿਆਈ ਨਹੀਂ ਹੈ, ਇਹ ਗੁਣ ਹੈ, ਇਹ ਗੁਣ ਹੈ ਰੱਬ ਦਾ ਬਖਸ਼ਿਆ ਹੋਇਆ।
ਇਸ ਕਰਕੇ ਇਹਨਾਂ ਨੇ ਵੀ ਹਾਜ਼ਰੀ ਭਰੀ ਹੈ। ਬਾਬਾ ਜਸਵਿੰਦਰ ਸਿੰਘ ਸਰਪੰਚ ਜੀ, ਇਹਨਾਂ ਨੇ ਵੀ ਹਾਜ਼ਰੀ ਭਰੀ ਹੈ। ਹੋਰ ਵੀ ਬੇਅੰਤ ਗੁਰਮੁਖ ਪਿਆਰੇ ਆਏ ਹੋਏ ਨੇ, ਸਾਰਿਆਂ ਦਾ ਧੰਨਵਾਦ। ਆਓ ਹੁਣ ਆਨੰਦ ਸਾਹਿਬ ਦਾ ਜਾਪ ਕਰੀਏ, ਉਸ ਤੋਂ ਬਾਅਦ ਫਿਰ ਅਰਦਾਸ ਹੋਵੇਗੀ। ਸਿੱਖੋ ਸ਼ਬਦ ਪਿਆਰਿਓ ਜਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ ਰਾਮਕਲੀ ਮਹਲਾ ਤੀਜਾ ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗਰ ਪਰਵਾਰ ਬਣਿਆ ਸ਼ਬਦ ਗਾਵਨ ਆਇਆ। ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਹਰ ਨਾਲ ਰਾਮ ਮਨ ਮੇਰੇ ਦੁਖ ਸਭ ਵਿਸਾਰਨਾ। ਸਭਨਾ ਗੱਲਾਂ ਤੁਮ ਮੇਰਾ ਸੁਆਮੀ, ਦੁਖ ਮਨੋ ਵਿਸਾਰੇ। ਸਾਚੇ ਸਾਹਿਬਾ ਜਾਂ ਨਹੀਂ ਕਰਤੇ, ਸਦਾ ਸਿਮਰੋ ਸਲਾਹ ਤੇਰੇ ਨਾਮ ਮਨ ਵਸਾਵੇ। ਨਾਨਕ ਸੱਚੇ ਜਾਂ ਨਹੀਂ ਕਰਤੇ ਸੱਚਾ। ਸਾਵਧ ਵਾਜੇ ਲਾਜਿਤ ਕਰਤਾਰਿਆ। ਗੁਰ ਕਰਮ ਪਾਇਆ ਨਾਮ ਹਰਿ ਲਾਗੇ। ਅੰਮ੍ਰਿਤ ਮੋਹਨ ਪਾਜੀ ਹੋ ਸਰਬ ਮਨੋਰਥ ਪੂਰੇ।
कथा श्री गोविंद का श्री सतगुरु जी की सेवा श्री जी की पाप जारी दसवीं प्रामाणिक भक्ति सिमरन कै गुरु नानक ने आए फिर अंगद गुरु ते अमरदास राम दासा होई सभाए अर्जन हर गोविंद नूं सुनो श्री गसराए श्री कृष्ण जी के अध्याय जित रीते सब कुछ जाए गुरु ते गुरु आदर सब सिमरिए धारण आनंद आवे तारे सब थाई होई सुहाए दसम ताव से श्री गुरु गोबिंद सिंह साहिब जी महाराज सब थाई होई सुहाए कथा प्रवचन साहिब श्री गुरु ग्रंथ साहिब जी के पारदर्शी नाम संत खालसा बोलो जी श्री वाहिगुरू पंजा प्यारियां कहां सहजादियां चाली मुक्तियां तीन जतियां तकियां हम प्यार सकिया देव चलाई देव रोई देव कमल कीता तेरा पेरे चंदी कमाई दा संत खालसा बोलो जी श्री वाहिगुरू जिना ਸਿੰਘਾਂ ਸਿੰਘੀਆਂ ਚੰਗੀਆਂ ਨੇ ਤਰਵੇਂ ਸੀ ਦਿੱਤੇ ਮਨ ਨੂੰ ਚਾਹੇ ਕੋਟੀਆਂ ਨਾ ਹੋਈਆਂ ਚਰਖੜੀਆਂ ਤੇ ਚਲੇ ਤਨ ਆਰਿਆਂ ਨਾਲ ਚਰਾਈ ਬੀਬੀਆਂ ਨੂੰ ਚੰਨੇ ਟੋਟੇ ਕਰਨ ਵਿੱਚ ਹੱਥ ਪਾਏ ਤੇਰਾ ਭਾਣਾ ਮਿੱਠਾ ਕਰਕੇ ਮੰਨਿਆ ਤੇਰਾ ਸਮੂਹ ਸਿੰਘਾਂ ਸਿੰਘੀਆਂ ਚੰਗੀਆਂ ਦੀ ਕਮਾਈ ਦਾ ਧੰਦਰ ਖਾਲਸਾ ਬੋਲੋ ਜੀ ਸ਼੍ਰੀ ਵਾਹਿਗੁਰੂ ਪੰਚਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧੰਦਰ ਖਾਲਸਾ ਬੋਲੋ ਜੀ ਸ਼੍ਰੀ ਵਾਹਿਗੁਰੂ ਆਪਣੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿੱਚ ਧਮਨ ਦਾ ਸਤਾ ਸਭ ਸੁਖ ਹੋਵੇ ਜਹਾਂ ਖਾਲਸਾ ਸਾਹਿਬ ਤਤ ਚਰਨ ਵਾਲੇ ਇੱਕ ਪਦੇ ਗਦਗੀ ਪੈਮਾਨ ਦੀ ਸ੍ਰੀ ਸਾਹਿਬ ਜੀ ਸਹਾਰੇ ਨੂੰ ਖਾਲਸਾ ਜੀ ਦੇ ਬਣਵਾਏ ਬੋਲੋ ਜੀ ਸ਼੍ਰੀ ਵਾਹਿਗੁਰੂ ਖਾਲਸਾ ਜੀ ਸਿੱਖਾਂ ਸਿੱਖੀ ਨਾਮ ਕੇਸ ਨਾਮ ਰਹਿ ਨਾਮ ਵੇਦ ਨਾਮ ਸਲਾਮ ਸਲਾਮ ਦਾਨਾ ਸਰਦਾ ਨਾਮ ਸੁਮਿਤ ਸਾਸੇ ਨਿਸ਼ਨਾਮ ਚੌਕੇ ਤੇ ਮੁੰਡੇ ਜੁਗਤ ਪਟਾਲ ਦਾ ਜੈ ਕਰਾ ਖਾਲਸਾ ਬੋਲੋ ਜੀ ਸ਼੍ਰੀ ਵਾਹਿਗੁਰੂ ਏ ਮਾਇਆ ਦੇ ਨਾਮ ਸਤਿਗੁਰੂ ਜੀ ਤਾਣਿਆਂ ਦੇ ਨਾਮ ਸਤਿਗੁਰੂ ਜੀ ਓਕੇ ਸਤਿਗੁਰੂ ਆਜਾ ਹਜੂਰ ਜਹਾਜ ਮੁਗਲ ਸਤਨਾਮ ਪੂਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਜੁਗੋ ਜੁਗੋ ਟਾਲ ਕਰ ਪੁਰਤਨ ਤੋਂ ਜਮੀ ਜਮੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਤੋਂ ਲਿਖੇ ਦਾਸਾਂ ਬੇਨਤੀਆਂ ਆਪ ਜੀ ਦੇ ਮਨੋਰਥ ਅਨੁਸਾਰ ਲੱਖ ਖੁਸ਼ੀਆਂ ਪਾਸ਼ਾਨੀਆਂ ਦੀ ਸਤਿਗੁਰੂ ਨਦਰ ਕਰੇ ਤੇਰੇ ਦਾ ਨਾਮ ਨੇ ਸਿਮਰਨ ਸੀਤਲ ਹੋਏ ਤੇ ਮਨੋਰਥ ਅਨੁਸਾਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਨੇ ਸਮੂਹ ਨਗਰ ਵਾਸੀ ਪਿੰਡ ਮਜਾਲ ਅਤੇ ਭਾਈ ਮੇਕਰ ਸਿੰਘ ਸਮੂਹ ਸੰਤਾਂ ਨੇ ਹਰਿ ਪ੍ਰਸਾਦ ਦੀ ਨਾਮ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਿਆਂ ਆਪ ਜੀਆਂ ਦੇ ਨਿੱਜੀ ਅਸਥਾਨਾਂ ਤੇ ਕੁਝ ਸਮਾਂ ਪਹਿਲਾਂ ਸ੍ਰੀ ਸਾਹਿਬ ਪਾਠ ਆਰੰਭ ਹੋਏ ਆਪ ਜੀਆਂ ਨੇ ਅਰੰਭ ਕੀਤੀ ਆਦ ਤੋਂ ਮੱਧ ਮੱਧ ਤੋਂ ਅੰਤ ਸੰਪੂਰਨਤਾ ਤੌਰ ਤੇ ਅੰਤ ਵੇਲੇ ਭੋਗ ਪੈ ਸੱਚੇ ਪਾਤਸ਼ਾਹ ਜੀਓ ਉਪਰੰਤ ਗੁਰੂ ਕੇ ਹਦਸ ਕੀਰਤਨ ਹੋਏ ਵਿਚਾਰਾਂ ਹੋਈਆਂ ਬੇਅੰਤ ਸਹਿਜ ਪਾਠ ਸਾਹਿਬ ਕਰਦਿਆਂ ਆਪ ਜੀ ਦੇ ਰਚਿਆ ਕੋਲੋਂ ਕੀਰਤਨ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਮਾਫ ਕਰੀਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਅੱਗੇ ਤੋਂ ਸਭ ਬਖਸ਼ ਸੁਧ ਸਤਿ ਨਾਮੀ ਕਰਦੇ ਕੀਰਤਨ ਕਰਦੇ ਮਨੁੱਖ ਨੇ ਆਪ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀਓ ਐਸੇ ਤਰ੍ਹਾਂ ਸਮੂਹ ਨਗਰ ਵਾਸੀ ਸੰਤਾਂ ਨੂੰ ਹਰ ਇੱਕ ਸਾਲ ਸਮਾਗਮ ਸ਼ੁਕਰਾਨਾ ਸਮਾਗਮ ਨਾਮ ਦੇ ਉਦਮ ਰੋਸਨੇ ਆਪ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਸਮੂਹ ਨਗਰ ਵਾਸੀ ਸੰਗਤਾਂ ਬੇਅੰਤ ਬਿਲਕੁਲ ਘਟਾਵਾਂ ਲੈ ਕੇ ਚਰਨਾਂ ਦੇ ਵਿੱਚ ਹਾਜ਼ਰ ਹੋਈਆਂ ਸਭ ਦੀਆਂ ਹਾਜ਼ਰੀਆਂ ਦਾ ਪ੍ਰਮਾਣ ਕਰਨੀਆਂ ਸਭ ਦੇ ਬਿਲਕੁਲ ਭੇਟਾ ਦਰ ਲੈ ਕੇ ਲਾਉਣੀ ਸਭ ਦੀ ਕੀਤੀ ਸੇਵਾ ਨਹੀਂ ਪਾਉਣੀ ਕਿਰਪਾ ਕਰਨੀ ਸਮੂਹ ਨਗਰ ਵਿੱਚ ਮੇਰ ਪਾਗਲ ਪ੍ਰੇਮ ਨਾਲ ਵਰਤਾਰਾ ਕਰਨਾ ਏਕਾ ਰੂਪੈਸ ਬੈ ਵਿਰੋਧ ਦੇ ਨਾਸ ਕਰਨੇ ਜੋ ਕਰੋ ਗੁਰਸਿੱਖੀ ਸਿੱਖ ਭਰੋਸਾ ਵਸਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਵਿੱਚ ਗੁਰੂ ਕੇ ਨਗਰ ਦੇਗਾ ਹਾਜ਼ਰ ਕੀਤੀਆਂ ਆਪ ਜੀ ਕਿਰਪਾ ਕਰੋ ਅਨੁਪਕਾਰ ਭੋਜਨ ਭੋਗੀਏ ਭੋਜਨ ਨਿਸ਼ਟਾਏ ਕਈ ਪਾਤਸ਼ਾਹ ਸੋਚ ਕੇ ਉਤਰਾ ਹੁਣ ਲਾਭੋ ਭੋਗਣਾ ਰਾਏ ਆਪ ਜੀ ਭੁਖਲਾ ਬੋਲ ਗਿਆ ਭਰੋਸਾ ਸੰਤੋਖ ਤੇ ਜੋ ਵੀ ਸ਼ਕੇ ਆਪ ਜੀ ਦਾ ਨਾਮ ਮੁਕੇ ਦਰਗਾਹੇ ਨਾਸ਼ ਕੇ ਕਿਰਤਾਰਥ ਕਰਿਓ ਜੋ ਚਰਨਾਂ ਵਿੱਚ ਆਵੇ ਰਾਜੀ ਖੁਸ਼ੀ ਜਾਵੇ ਬੜੇ ਸੋ ਚੜੇ ਸ਼ਮ ਕਰੇ ਸੋ ਤੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਪਈ ਅਕਾਲ ਕੀ ਹਵੇ ਚਰਾਇਓ ਪੰਥ ਸਾਸੇ
ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚਿ ਬਖਾਨਾ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਕਾਹੇ ਲਗੋ ਮੋਹਿ ਕਰੋ ਬੇਨਤੀ। ਕੋ ਸੰਤ ਮਿਲੈ ਬੜ ਭਾਗੀ, ਮਨ ਅਰਪਉ ਧਨ ਰਖੋ ਵਸੈ। ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ। ਅਨੰਦ ਫਿਰੋ ਤਿਸ ਪਿਛੈ ਬੈਰਾਗੀ, ਪੂਰਵ ਕਰਮ ਅਨਪਰ ਜਬ ਪ੍ਰਗਟੇ। ਭੇਟਿਓ ਪੁਰਖ ਰਸਤ ਬੈਰਾਗੀ, ਮਿਲਿਓ ਅੰਧੇਰ ਮਿਲਤ ਹਰ ਨਾਨਕ। ਜਨਮ ਜਨਮ ਕੀ ਸੋਈ ਜਗੀ। ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹਲਾ ਪੰਜਵਾਂ। ਘਰ ਬਾਰਵਾਂ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ। ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ। ਰਹਾਉ ਵੱਡੈ ਭਾਗ ਭੇਟੇ ਗੁਰ ਦੀਵਾ, ਕੋਟ ਪ੍ਰਾਗ ਮਿਟੇ ਹਰ ਸੇਵਾ। ਚਰਨ ਕਮਲ ਜਗਾ ਮਨ ਰਖੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸਾਗਰ ਦਰਿਆ ਸਾਧੂ ਸੰਗੇ, ਨਿਰਭਉ ਨਾਮ ਜਪਹੁ ਹਰ ਰੰਗੇ। ਕਾਰ ਧਨ ਦੋਖ ਕਿਛ ਪਾਪ ਨਾ ਭੇੜੇ, ਜਮ ਜੰਦਾਲ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸ਼ਰਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।